ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਸਾਲਾਂ ਦਾ ਖੱਟਿਆ ਵਿਸ਼ਵਾਸ ਕਈ ਵਾਰ ਇੱਕ ਮਿੰਟ ਦੇ ਵਿੱਚ ਹੀ ਟੁੱਟ ਜਾਂਦਾ ਹੈ। ਸਾਡੇ ਚੋਂ ਪਤਾ ਨਹੀਂ ਕਿੰਨੇ ਲੋਕਾਂ ਨੇ ਇਹ ਗਲਤੀ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਚੰਗੇ ਕਿਰਾਏ ਤੇ ਪਾਣੀ ਫੇਰ ਲਿਆ। ਬੜਾ ਸਮਾਂ ਲੱਗਦਾ ਉਸ ਵਿਸ਼ਵਾਸ ਨੂੰ ਪੱਕਾ ਕਰਨ ਦੇ ਲਈ, ਪਰ ਸਾਡੀ ਜ਼ਿੰਦਗੀ ਦੀ ਇੱਕ ਗਲਤੀ ਕਈ ਵਾਰ ਸਾਡੇ ਤੇ ਭਾਰੂ ਪੈ ਜਾਂਦੀ ਹੈ। ਅੱਜ ਦੀ ਕਹਾਣੀ ਵੀ ਸਾਲਾਂ ਦੇ ਭਰੋਸੇ ਤੇ ਇੱਕ ਗਲਤੀ ਦੇ ਉੱਤੇ ਹੀ ਹੈ। ਮੇਰਾ ਨਾਮ ਰਾਜੂ ਹੈ। ਯੂਪੀ ਦੇ ਕਸਬਾ ਫੁਲੇਰਾ ਦਾ ਰਹਿਣ ਵਾਲਾ ਸੀ ਮੈਂ। ਮਾਪਿਓ ਦਾ ਇਕਲੌਤਾ ਪੁੱਤਰ, ਜਿਸ ਨੂੰ ਬਹੁਤ ਲਾਡਾਂ ਪਿਆਰਾਂ ਦੇ ਨਾਲ ਪਾਲਿਆ ਗਿਆ। ਪਰ ਘਰ ਦੇ ਵਿੱਚ ਗਰੀਬੀ ਹੋਣ ਦੇ ਕਾਰਨ ਬਹੁਤ ਸੁੱਖ ਦੁੱਖ ਵੀ ਦੇਖੇ। ਆਪਣੇ ਮਾਪਿਆਂ ਨੂੰ ਲੋਕਾਂ ਦੇ ਅੱਗੇ ਤਰਲੇ ਮਾਰਨਾ ਦੇਖਿਆ। ਇੱਕ ਰੁਪਇਆ ਦੇ ਲਈ ਤਰਸਦੇ ਦੇਖਿਆ। ਸ਼ੁਰੂ ਤੋਂ ਹੀ ਦਿਲ ਦੇ ਵਿੱਚ ਧਾਰ ਲਿਆ ਸੀ ਕਿ ਸ਼ਹਿਰ ਜਾ ਕੇ ਕੋਈ ਵੱਡਾ ਕੰਮ ਕਰੂੰਗਾ, ਆਪਣੇ ਮਾਪਿਆਂ ਨੂੰ ਸੁੱਖ ਦੇਵਾਂਗਾ। 15 ਸਾਲ ਦਾ ਹੋਇਆ ਤੇ ਪਿੰਡ ਦੇ ਮੁੰਡਿਆਂ ਦੇ ਨਾਲ ਸ਼ਹਿਰ ਵੱਲ ਨੂੰ ਤੁਰ ਪਿਆ ਕੰਮ ਲੱਭਣ ਦੇ ਲਈ। ਪੜ੍ਹਿਆ ਲਿਖਿਆ ਤਾਂ ਨਹੀਂ ਸੀ ਮੈਂ, ਪਰ ਸਿੱਖਣਾ ਬਹੁਤ ਕੁਝ ਚਾਹੁੰਦਾ ਸੀ। ਕਦੇ ਕਿਸੇ ਹੋਟਲ ਦੇ ਵਿੱਚ ਭਾਂਡੇ ਮਾਂਜਣ ਦਾ ਕੰਮ ਕੀਤਾ ਤੇ ਕਦੇ ਦਿਹਾੜੀ ਮਜ਼ਦੂਰੀ। ਜੋ ਕੰਮ ਮਿਲਦਾ ਗਿਆ ਉਸਨੂੰ ਕਰਦਾ ਗਿਆ। ਰਾਤ ਦਿਨ ਇੱਕ ਕਰ ਸ਼ਹਿਰ ਦੇ ਵਿੱਚ ਕਈ ਕੰਮ ਕੀਤੇ, ਜ਼ਿਆਦਾ ਪੈਸਾ ਨਹੀਂ ਜੋੜ ਪਾਇਆ। 2 ਸਾਲ ਹੋ ਗਏ ਸਨ ਸ਼ਹਿਰ ਦੇ ਵਿੱਚ ਧੱਕੇ ਖਾਂਦੇ ਨੂੰ। ਵੱਡੀ ਜਿਹੀ ਚਾਹ ਦੀ ਦੁਕਾਨ ਤੇ ਕੰਮ ਮਿਲਿਆ, ਚੰਗੇ ਪੈਸੇ ਵੀ ਬਣ ਜਾਂਦੇ ਸਨ। ਮੈਂ ਉਸ ਥਾਂ ਤੇ ਟਿਕ ਕੇ ਕੰਮ ਕੀਤਾ। ਮੇਰੀ ਉਸ ਵੇਲੇ ਉਮਰ ਹੋ ਚੁੱਕੀ ਹੋਏਗੀ ਤਕਰੀਬਨ 18 ਸਾਲ, ਪਰ ਹਮੇਸ਼ਾ ਮਨ ਦੇ ਵਿੱਚ ਇਹੋ ਖਿਆਲ ਕਿ ਇਹ ਕੰਮ ਕਦੋਂ ਤੱਕ ਕਰਦਾ ਰਵਾਂਗਾ, ਕਦੀ ਨਾ ਕਦੀ ਤਾਂ ਬੰਦ ਹੋ ਜਾਊ। ਮੈਂ ਅੱਗੇ ਜਾ ਕੇ ਕਰਾਂਗਾ ਕੀ? ਖਰਚੇ ਤਾਂ ਵੱਧਦੇ ਜਾਂਦੇ ਨੇ। ਪੂਰੀ ਰਾਤ ਫਿਕਰਾਂ ਦੇ ਵਿੱਚ ਲੱਗ ਜਾਂਦੀ। ਚਾਹ ਦੀ ਦੁਕਾਨ ਤੇ ਕਈ ਗਾਹਕ ਪੱਕੇ ਸਨ। ਜਿਵੇਂ ਬਾਜ਼ਾਰ ਦੇ ਵਿੱਚ ਕਈ ਦੁਕਾਨਾਂ ਤੇ ਚਾਹ ਜਾਂਦੀ ਸੀ ਤੇ ਕਈ ਦੁਕਾਨਾਂ ਤੇ ਸਵੇਰੇ ਸ਼ਾਮ ਚਾਹ ਦੇਣ ਦਾ ਕੰਮ ਵੀ ਮੇਰਾ ਹੀ ਸੀ। ਇਸ ਦੌਰਾਨ ਮੈਂ ਅਕਸਰ ਹੀਰਿਆਂ ਦੇ ਵੱਡੇ ਸ਼ੋਰੂਮ ਦੇ ਵਿੱਚ ਜਾਂਦਾ ਸੀ। ਉਸ ਸ਼ੋਰੂਮ ਦਾ ਮਾਲਕ ਕਈ ਵਾਰ ਖੁਸ਼ੀ ਦੇ ਨਾਲ ਮੈਨੂੰ 10-20 ਰੁਪਏ ਜ਼ਿਆਦਾ ਦੇ ਦਿੰਦਾ, ਬਖਸ਼ੀਸ਼ ਦੇ ਤੌਰ ਤੇ। ਕਹਿੰਦਾ, ਕਾਕਾ ਮਿਹਨਤੀ ਲੱਗਦਾ ਹੈ, ਜਦੋਂ ਕਦੇ ਜ਼ਰੂਰਤ ਪਵੇ ਤਾਂ ਆ ਜਾਈਂ ਦੁਕਾਨ ਤੇ। ਮੈਂ ਹਮੇਸ਼ਾ ਹੱਸ ਕੇ ਸਲੂਟ ਮਾਰ ਕੇ ਲੰਘ ਜਾਂਦਾ। ਉਸ ਚਾਹ ਦੀ ਦੁਕਾਨ ਤੇ ਵੀ ਕੰਮ ਕਰਦੇ ਮੈਨੂੰ 2 ਸਾਲ ਬੀਤ ਚੁੱਕੇ ਸੀ। ਜਿੱਦਾਂ ਕਿੱਦਾਂ ਸਮਾਂ ਨਿਕਲਦਾ ਗਿਆ, ਪੈਸੇ ਜੋੜ ਕੇ ਮੈਂ ਆਪਣੇ ਮਾਪਿਆਂ ਨੂੰ ਘਰ ਪੈਸੇ ਭੇਜਦਾ ਗਿਆ। ਬੜਾ ਔਖਾ ਸਮਾਂ ਸੀ ਮੇਰੇ ਲਈ, ਕਿਉਂਕਿ ਪੂਰੀ ਜ਼ਿੰਦਗੀ ਅਜੇ ਮੇਰੇ ਸਾਹਮਣੇ ਪਈ ਸੀ। ਕਿੰਨੀ ਦੇਰ ਤੱਕ ਝੂਠੇ ਭਾਂਡੇ ਮਾਂਜਦਾ। ਇੱਕ ਦਿਨ ਮੈਂ ਉਸੇ ਸ਼ੋਰੂਮ ਤੇ ਗਿਆ ਜਿੱਥੋਂ ਦਾ ਬਾਊ ਮੈਨੂੰ ਬਖਸ਼ੀਸ਼ ਦਿੰਦਾ ਸੀ। ਮੈਂ ਕਿਹਾ, ਬਾਊ ਜੀ ਕੰਮ ਚਾਹੀਦਾ ਹੈ। ਉਸਨੇ ਕਿਹਾ, ਕਾਕਾ ਪਰ ਮੈਂ ਇੰਨੇ ਪੈਸੇ ਨਹੀਂ ਦੇਵਾਂਗਾ ਜਿੰਨੇ ਤੂੰ ਡਿਮਾਂਡ ਕੀਤੇ ਨੇ, ਕਿਉਂਕਿ ਤੈਨੂੰ ਤਾਂ ਸਾਡਾ ਕੰਮ ਵੀ ਨਹੀਂ ਆਉਂਦਾ। ਜਿਸ ਦਿਨ ਸਿੱਖ ਲੇਗਾ ਉਸ ਦਿਨ ਤੋਂ ਤੇਰੀ ਤਨਖਾਹ ਵਧਾ ਦਿਆਂਗੇ। ਮੈਂ ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ। ਮੈਨੂੰ ਸੀ ਕਿ ਘੱਟੋ ਘੱਟ ਕੰਮ ਤਾਂ ਉੱਚੀ ਦੁਕਾਨ ਦਾ ਹੈ, ਪੱਕਾ ਲੱਗਾ ਰਿਹਾ ਤਾਂ ਸ਼ਾਇਦ ਅੱਗੇ ਜਾ ਕੇ ਮੇਰਾ ਕੁਝ ਬਣ ਜਾਓ। ਮਾਪਿਆਂ ਨੂੰ ਵੀ ਮੇਰੀ ਫਿਕਰ ਸੀ, ਇਸ ਲਈ ਘਰ ਬੁਲਾ ਕੇ ਪਹਿਲਾਂ ਮੇਰਾ ਰਿਸ਼ਤਾ ਪੱਕਾ ਕੀਤਾ ਤੇ ਫਿਰ ਵਿਆਹ ਕਰਵਾ ਦਿੱਤਾ। ਹੁਣ ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਸੀ। ਹੌਲੀ ਕਾਮਯਾਬ ਹੋਣ ਦੇ ਲਈ ਮੈਂ ਹੀਰਿਆਂ ਦੀ ਪਰਖ ਕਰਨੀ ਸਿੱਖੀ। ਕੰਮ ਕਰਦੇ ਮੈਂ ਬਹੁਤ ਕੁਝ ਸਿੱਖ ਲਿਆ ਸੀ। ਹੀਰਿਆਂ ਦੀ ਪਰਖ ਤੋਂ ਇਲਾਵਾ ਗਹਿਣਿਆਂ ਦਾ ਕੰਮ, ਸੋਨੇ ਦੀ ਅਸਲ ਨਕਲ, ਬਹੁਤ ਕੁਝ ਸਿੱਖਿਆ। ਸ਼ੋਰੂਮ ਦੇ ਮਾਲਕ ਦਾ ਖਾਸ ਆਦਮੀ ਬਣ ਚੁੱਕਿਆ ਸੀ। ਦੂਰੋਂ ਮਾਲ ਲੈ ਕੇ ਆਉਣਾ ਤੇ ਸਹੀ ਸਲਾਮਤ ਮਾਲਕਾਂ ਦੇ ਹਵਾਲੇ ਕਰ ਦੇਣਾ। ਤਨਖਾਹ ਵੀ ਵੱਧ ਗਈ ਸੀ। ਹੀਰਿਆਂ ਦੀ ਪਰਖ ਦਾ ਇੰਨਾ ਵਧੀਆ ਕੰਮ ਸਿੱਖਿਆ ਕਿ ਜਲਦੀ ਮੈਨੂੰ ਕੋਈ ਵੀ ਮਾਤ ਨਹੀਂ ਦੇ ਸਕਦਾ ਸੀ। ਮੇਰੇ ਬੱਚੇ ਵੀ ਹੋ ਗਏ, ਘਰ ਵਧੀਆ ਚੱਲਣ ਲੱਗ ਗਿਆ। ਹਜ਼ਾਰ ਕਰ ਤਨਖਾਹ ਵੱਧਦੀ ਗਈ, ਪਰ ਦਿਲ ਦੇ ਵਿੱਚ ਹੋਰ ਜ਼ਿਆਦਾ ਦੀ ਹੋੜ ਲੱਗੀ ਰਹੀ। ਕੁਝ ਜ਼ਿਆਦਾ ਕਰਨਾ ਚਾਹੁੰਦਾ ਸੀ ਮੈਂ, ਪਰ ਮੌਕਾ ਨਹੀਂ ਮਿਲਿਆ। ਇੱਕ ਦਿਨ ਦੁਕਾਨ ਤੇ ਵੱਡੀ ਰੇਡ ਪਈ। ਦਿਲ ਨੂੰ ਲੱਗਾ ਸਹੀ ਮੌਕਾ ਹੈ, ਜਿੰਨੇ ਮਾਲ ਤੇ ਹੱਥ ਸਾਫ਼ ਹੋ ਜਾਵੇ ਉਹ ਲੈ ਕੇ ਦੌੜ ਚੱਲੋ। ਇੱਕ ਖਾਸ ਹੀਰਿਆਂ ਦੀ ਡਿਲੀਵਰੀ ਮੈਂ ਉਸ ਦਿਨ ਕਰਨੀ ਸੀ। ਕਰੋੜਾਂ ਦੀ ਕੀਮਤ ਸੀ ਉਸਦੀ। ਉਹਨਾਂ ਹੀਰਿਆਂ ਦੀ ਕੀਮਤ ਇੰਨੀ ਜ਼ਿਆਦਾ ਸੀ ਕਿ ਮੈਨੂੰ ਲੱਗਦਾ ਸੀ ਇਹੋ ਮੌਕਾ ਹੈ, ਮੈਂ ਅਮੀਰ ਹੋ ਸਕਦਾ। ਪੁਲਿਸ ਮੇਰੇ ਪਿੱਛੇ, ਕਿਉਂਕਿ ਮੈਂ ਸਭ ਤੋਂ ਪਹਿਲਾਂ ਸ਼ੋਰੂਮ ਦੇ ਵਿੱਚੋਂ ਬਾਹਰ ਭੱਜਿਆ ਤੇ ਪੁਲਿਸ ਨੂੰ ਲੱਗਾ ਕਿ ਮੇਰੇ ਕੋਲ ਹੀ ਅਸਲੀ ਮਾਲ ਹੈ। ਪਤਾ ਲੱਗ ਚੁੱਕਿਆ ਸੀ ਕਿ ਮੈਂ ਕਾਬੂ ਆ ਜਾਵਾਂਗਾ, ਇਸ ਲਈ ਮੈਂ ਸੁਨਸਾਨ ਜਿਹੀ ਥਾਂ ਤੇ ਇੱਕ ਦਰਖਤ ਦੇ ਹੇਠਾਂ ਜੜ੍ਹਾਂ ਦੇ ਵਿੱਚ ਉਸ ਪੋਟਲੀ ਨੂੰ ਦਬਾ ਕੇ ਭੱਜ ਨਿਕਲਦਾ। ਪੁਲਿਸ ਨੇ ਕਾਬੂ ਤਾਂ ਕਰ ਲਿਆ, ਪਰ ਹੀਰਿਆਂ ਦਾ ਰਾਜ਼ ਮੈਂ ਕਦੀ ਨਹੀਂ ਖੋਲ੍ਹਿਆ। ਮੈਨੂੰ ਸੀ ਕਿ ਜਿਸ ਦਿਨ ਮੈਂ ਬਾਹਰ ਆਵਾਂਗਾ ਉਸ ਦਿਨ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰਾਂਗਾ।
ਮਾਲਕਾਂ ਨੇ ਵੀ ਕਈ ਵਾਰ ਜੇਲ੍ਹ ਦੇ ਵਿੱਚ ਆ ਕੇ ਮੇਰੇ ਕੋਲੋਂ ਉਹਨਾਂ ਹੀਰਿਆਂ ਦੇ ਬਾਰੇ ਪੁੱਛ ਪੜਤਾਲ ਕੀਤੀ, ਪਰ ਮੈਂ ਕਹਿ ਦਿੱਤਾ ਕਿ ਭੱਜਦੇ ਹੋਏ ਉਹ ਡਿੱਗ ਪਏ। ਉਹ ਸਮਝ ਚੁੱਕੇ ਸੀ ਕਿ ਮੇਰੇ ਦਿਲ ਦੇ ਵਿੱਚ ਲਾਲਚ ਆ ਚੁੱਕਾ ਹੈ, ਇਸ ਲਈ ਉਹਨਾਂ ਨੇ ਵੀ ਮੇਰੀ ਜ਼ਮਾਨਤ ਨਹੀਂ ਕਰਵਾਈ। ਚੋਰੀ ਦੇ ਇਲਜ਼ਾਮ ਦੇ ਵਿੱਚ ਮੈਨੂੰ 15 ਸਾਲ ਦੀ ਸਜ਼ਾ ਹੋ ਗਈ। ਮੈਨੂੰ ਅਜੇ ਵੀ ਉਮੀਦ ਸੀ ਕਿ ਜਦੋਂ ਬਾਹਰ ਆਵਾਂਗਾ ਤਾਂ ਜ਼ਿੰਦਗੀ ਸੌਖੀ ਹੋ ਜਾਵੇਗੀ। ਜਿਸ ਤਰ੍ਹਾਂ ਹੀਰੇ ਦੱਬੇ ਸਨ, ਉੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ ਤੇ ਮੈਨੂੰ ਪਤਾ ਸੀ ਬਾਹਰ ਨਿਕਲ ਕੇ ਮੈਂ ਅਮੀਰ ਹੋ ਜਾਵਾਂਗਾ। ਮੇਰੇ ਲਾਲਚ ਦੇ ਕਾਰਨ ਮੈਂ ਸਾਲਾਂ ਦਾ ਵਿਸ਼ਵਾਸ ਗਵਾ ਚੁੱਕਿਆ ਸੀ, ਪਰ ਉਸ ਵੇਲੇ ਮੈਨੂੰ ਵਿਸ਼ਵਾਸ ਦੀ ਚਿੰਤਾ ਨਹੀਂ, ਸਿਰਫ ਚਿੰਤਾ ਸੀ ਉਹਨਾਂ ਹੀਰਿਆਂ ਦੀ, ਜਿਸ ਲਈ ਮੈਂ ਆਪਣੀ ਇਮਾਨਦਾਰੀ ਦਾਅ ਤੇ ਲਗਾ ਦਿੱਤੀ। ਪਰ ਕਹਿੰਦੇ ਨੇ ਨਾ, ਕਈ ਵਾਰ ਕੁਝ ਪਾਉਣ ਦੇ ਲਈ ਕੁਝ ਗਵਾਉਣਾ ਵੀ ਜ਼ਰੂਰੀ ਹੈ। ਬਸ ਮੇਰੀ ਚਾਹਤ ਸੀ ਅਮੀਰ ਬਣਨ ਦੀ ਤੇ ਆਪਣੇ ਪਰਿਵਾਰ ਨੂੰ ਸੁੱਖ ਦੇਣ ਦੀ। ਸੋਚਿਆ ਇਮਾਨਦਾਰੀ ਨਾਲ ਤਾਂ ਨਹੀਂ, ਤਾਂ ਇਸੇ ਤਰ੍ਹਾਂ ਹੀ ਸਹੀ। ਮੇਰੇ ਘਰਦਿਆਂ ਤੱਕ ਕੋਈ ਖਬਰ ਨਹੀਂ ਪਹੁੰਚਦੀ। ਇੰਤਜ਼ਾਰ ਕਰਦੇ ਕਰਦੇ ਉਹਨਾਂ ਨੂੰ ਲੱਗਾ ਕਿ ਸ਼ਾਇਦ ਕੋਈ ਹਾਦਸਾ ਨਾ ਹੋ ਗਿਆ ਹੋਵੇ। ਮੇਰੀ ਜਾਣਕਾਰੀ ਉਹਨਾਂ ਤੱਕ ਪਹੁੰਚਾਉਣ ਵਾਲਾ ਕੋਈ ਨਹੀਂ ਸੀ। ਜ਼ਿੰਦਗੀ ਦਾ ਲੰਬਾ ਵਕਫਾ ਜੇਲ੍ਹ ਦੇ ਵਿੱਚ ਕੱਢ ਦਿੱਤਾ ਤੇ 15 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਜਾਂਦਾ ਉਸੇ ਥਾਂ ਜਿੱਥੇ ਮੈਂ ਹੀਰੇ ਦੱਬੇ ਸਨ। ਮੇਰੇ ਸਾਹ ਦੇ ਵਿੱਚ ਸਾਹ ਆਇਆ ਜਦ ਮੈਂ ਉਹਨਾਂ ਹੀਰਿਆਂ ਨੂੰ ਦੇਖਿਆ, ਜਿਨ੍ਹਾਂ ਕਾਰਨ ਮੇਰੀ ਇਮਾਨਦਾਰੀ, ਜ਼ਿੰਦਗੀ ਦਾ ਚੰਗਾ ਵਕਤ ਦਾਅ ਤੇ ਲੱਗ ਗਿਆ। ਤੇ ਹੁਣ ਇਸ ਤੋਂ ਬਾਅਦ ਤਿਆਰੀ ਕੀਤੀ ਮੈਂ ਆਪਣੇ ਪਿੰਡ ਜਾਣ ਦੀ। ਪਿੰਡ ਪਹੁੰਚ ਮੈਂ ਸਭ ਤੋਂ ਪਹਿਲਾਂ ਜਾਂਦਾ ਨਾਈ ਦੀ ਦੁਕਾਨ ਤੇ ਕਿ ਹਜਾਮਤ ਕਰਾਂ, ਸ਼ਕਲ ਸੁਧਾਰ ਲਵਾਂ। ਇੰਨੇ ਸਾਲਾਂ ਬਾਅਦ ਘਰ ਨੂੰ ਜਾ ਰਿਹਾ। ਉਸ ਨਾਈ ਦੀ ਦੁਕਾਨ ਤੇ ਕਾਫੀ ਭੀੜ ਸੀ, ਪਰ ਮੈਂ ਬੇਫਿਕਰ ਹੋ ਕੇ ਆਪਣੀ ਅੱਖ ਆਪਣੇ ਬੈਗ ਤੇ ਰੱਖ ਹਜਾਮਤ ਕਰਵਾਉਣ ਲੱਗ ਪੈਂਦਾ। ਇੰਨੇ ਨੂੰ ਅਚਾਨਕ ਇੱਕ 14-15 ਸਾਲ ਦਾ ਬੱਚਾ ਮੇਰਾ ਬੈਗ ਚੁੱਕ ਕੇ ਉੱਥੋਂ ਦੌੜ ਜਾਂਦਾ। ਮੈਂ ਪਿੱਛਾ ਵੀ ਕਰਦਾ, ਪਰ ਉਹ ਮੁੰਡਾ ਨਹੀਂ ਲੱਭਦਾ। ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਉਸ ਵਿੱਚ ਸੀ, ਉਹ ਹੀਰਿਆਂ ਦੀ ਥੈਲੀ ਤੇ ਮੇਰਾ ਪੂਰਾ ਵਕਤ। ਥੱਕਿਆ ਹਾਰਾ ਲੱਭ ਲਭਾ ਕੇ ਜਦੋਂ ਮੁੰਡਾ ਨਹੀਂ ਲੱਭਦਾ ਤਾਂ ਮੈਂ ਆਪਣੇ ਘਰ ਦਾ ਰੁੱਖ ਕਰਦਾ। ਦਿਮਾਗ ਦੇ ਵਿੱਚ ਸੋਚ, ਕੀ ਹੋਇਆ ਮੇਰੇ ਨਾਲ? ਜਿਸ ਦਿਨ ਦੇ ਲਈ ਮੈਂ ਜ਼ਿੰਦਗੀ ਦੇ 15 ਸਾਲ ਗਵਾਏ, ਉਹ ਵਕਤ ਆਇਆ ਵੀ ਤੇ ਮੇਰੇ ਹੱਥੋਂ ਰੇਤ ਵਾਂਗ ਨਿਕਲ ਗਿਆ। ਦਿਲ ਦੇ ਵਿੱਚ ਸੀ ਕਿ ਹੁਣ ਕੀ ਕਰਾਂਗਾ ਮੈਂ? ਕੁਝ ਕਰਨ ਜੋਗਾ ਨਹੀਂ, ਬਸ ਡਿੱਗਦਾ ਢਹਿੰਦਾ ਤੁਰ ਪੈਣਾ। ਘਰ ਪਹੁੰਚਿਆ ਤਾਂ ਸਭ ਮੈਨੂੰ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਨੇ ਸੋਚਿਆ ਕਿ ਮਰ ਮੁੱਕ ਗਿਆ ਹੋਵੇਗਾ, ਪਰ ਇੰਨੇ ਸਾਲਾਂ ਬਾਅਦ ਦੇਖ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸਭ ਤੇ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕਿੱਦਾਂ ਦੱਸਾਂ ਆਪਣੀ ਵਹੁਟੀ ਨੂੰ ਕਿ ਕੀ ਹੋਇਆ ਮੇਰੇ ਨਾਲ ਇਹਨਾਂ 15 ਸਾਲਾਂ ਦੇ ਵਿੱਚ। ਹੁਣ ਮੈਂ ਕੀ ਗਵਾ ਕੇ ਆਇਆ ਹਾਂ? ਅਜੇ ਮੈਂ ਸੋਚਾਂ ਦੇ ਵਿੱਚ ਹੀ ਸੀ ਕਿ ਅਚਾਨਕ ਉਹੀ ਬੱਚਾ ਹੱਥ ਦੇ ਵਿੱਚ ਬੈਗ ਫੜ ਕਮਰੇ ਦੇ ਵਿੱਚ ਦਾਖਲ ਹੁੰਦਾ ਹੈ। ਕਹਿੰਦਾ, ਮਾਂ ਇਸ ਬੈਗ ਨੂੰ ਸੰਭਾਲ। ਤੇ ਮੈਂ ਆਇਆ। ਇਹ ਦੇਖ ਮੇਰੀਆਂ ਅੱਖਾਂ ਫਟ ਜਾਂਦੀਆਂ ਨੇ, ਇਹ ਜਾਣ ਕੇ ਕਿ ਜਿਸ ਬੱਚੇ ਨੇ ਮੇਰਾ ਬੈਗ ਚੋਰੀ ਕੀਤਾ ਸੀ ਕਿਸੇ ਹੋਰ ਦਾ ਨਹੀਂ, ਮੇਰਾ ਹੀ ਮੁੰਡਾ ਸੀ। ਯਾਨੀ ਕਿ ਚੋਰ ਦਾ ਮੁੰਡਾ ਚੋਰ। ਇਹ ਗੱਲ ਮੈਨੂੰ ਅੰਦਰ ਹੀ ਅੰਦਰ ਖਾ ਗਈ। ਉਸ ਹਾਦਸੇ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਕਿ ਜਿਸ ਦੀ ਕਿਸਮਤ ਬਣਾਉਣ ਦੇ ਲਈ ਮੈਂ ਇੰਨੇ ਸਾਲ ਜੇਲ੍ਹ ਦੇ ਵਿੱਚ ਕੱਟ ਦਿੱਤੇ ਤੇ ਉਹ ਬਣਿਆ ਕੀ? ਚੋਰ। ਲੋਕ ਕੀ ਕਹਿਣਗੇ ਕਿ ਇੱਕ ਚੋਰ ਦਾ ਬੱਚਾ ਚੋਰ ਹੈ। ਮੈਂ ਵਾਪਸ ਬਿਨਾਂ ਕਿਸੇ ਨੂੰ ਦੱਸਿਓ ਬੈਗ ਚੁੱਕ ਕੇ ਤੁਰ ਪੈਣਾ ਸ਼ਹਿਰ ਵੱਲ ਨੂੰ ਕਿ ਆਪਣੇ ਮਾਲਕਾਂ ਦੀ ਦੁਕਾਨ ਤੇ ਜਾ ਉਸ ਹੀਰਿਆਂ ਨੂੰ ਵਾਪਸ ਕਰ ਆਪਣੀ ਗਲਤੀ ਦੇ ਲਈ ਮੁਆਫੀ ਮੰਗਦਾ। ਇਹ ਦੇਖ ਮਾਲਕ ਹੈਰਾਨ ਰਹਿ ਜਾਂਦੇ ਨੇ ਕਿ ਇੰਨੇ ਸਾਲਾਂ ਬਾਅਦ ਤੂੰ ਵਾਪਸ ਆਇਆ, ਉਹ ਵੀ ਹੀਰੇ ਦੇਣ ਦੇ ਲਈ। ਤਾਂ ਮੈਂ ਕਿਹਾ ਕਿ ਮੇਰਾ ਜ਼ਮੀਰ ਹੀ ਅੱਜ ਆ ਗਿਆ, ਨਹੀਂ ਤਾਂ ਕਦੋਂ ਦਾ ਤੁਹਾਡੇ ਤੱਕ ਆ ਤੁਹਾਡੀ ਅਮਾਨਤ ਤੁਹਾਨੂੰ ਮੋੜ ਦਿੰਦਾ। ਇਹ ਕਹਿ ਕੇ ਮੈਂ ਉੱਥੋਂ ਤੁਰ ਪੈਣਾ। ਉਸ ਦਿਨ ਉਸ ਵੇਲੇ ਦਿਲ ਦੇ ਵਿੱਚ ਤਸੱਲੀ ਸੀ। ਮੈਂ ਇਮਾਨਦਾਰੀ ਗਵਾਉਣ ਤੋਂ ਬਾਅਦ ਵੀ ਆਪਣਾ ਜ਼ਮੀਰ ਨਹੀਂ ਵੇਚਿਆ। ਮੈਨੂੰ ਸਮਝ ਆ ਚੁੱਕੀ ਸੀ, ਥੋੜਾ ਖਾ ਲਓ ਪਰ ਹੱਕ ਹਲਾਲ ਦਾ ਖਾਓ, ਤਾਂ ਕਿ ਚੋਰ ਦਾ ਬੱਚਾ ਚੋਰ ਨਾ ਬਣੇ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ? ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ, ਰੈਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾय नीलू।